साथियों, ये जिंदगी जे बेवफा की पता कद तक जलेगी जिंदगी दी ए शमा। खाक से उठे एक गुलिस्तान बनाएंगे, अपनी सिक्खी को एक पहचान बनाएंगे। सर कट गए इसे संभालते संभालते, अभी कहीं योद्धे और आएंगे। संसार विच रोज़ ਲੱਖਾਂ ਵਿਅਕਤੀ पैदा ਹੁੰਦੇ ਹਨ ਜੋ ਖਾ ਹੱਡਾ ਕੇ ਇਸ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਉਹਨਾਂ ਦਾ ਜੀਵਨ ਕੇਵਲ ਆਪਣੇ ਲਈ ਹੀ ਹੁੰਦਾ ਹੈ। ਕੁਝ ਵਿਅਕਤੀ ਅਜਿਹੇ ਵੀ ਹੁੰਦੇ ਹਨ ਜੋ ਆਪਣਾ ਸਭ ਕੁਝ ਧਨ, ਮਨ, ਧਨ, ਲਿਆਕਤ, ਬੁੱਧੀ, ਕਾਰਜ, ਕੁਸ਼ਲਤਾ, ਲੋਕ ਸੇਵਾ ਨੂੰ ਅਰਪਣ ਕਰ ਦਿੰਦੇ ਹਨ ਅਤੇ ਅਜਿਹੇ ਮਾਨ ਕਾਰਜ ਕਰ ਜਾਂਦੇ ਹਨ ਜਿਨ੍ਹਾਂ ਕਰਕੇ ਹਮੇਸ਼ਾ ਲਈ ਉਹ ਯਾਦ ਰੱਖੇ ਜਾਂਦੇ ਹਨ। ਲੋਕ ਉਹਨਾਂ ਦੇ ਕੀਤੇ ਮਹਾਨ ਕਾਰਜਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਕਰਨ ਲੱਗ ਜਾਂਦੇ ਹਨ। ਐਸੇ ਹੀ ਇੱਕ ਮਹਾਨ ਪ੍ਰਚਾਰਕ ਅਤੇ ਵਿਦਵਾਨ ਸਨ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਜੀ, ਜਿਨ੍ਹਾਂ ਦੇ ਸੰਘਰਸ਼ਮਈ ਜੀਵਨ ਅਤੇ ਧਰਮ ਪ੍ਰਚਾਰ ਵਿੱਚ ਮਹਾਨ ਯੋਗਦਾਨ ਕਰਕੇ ਹੀ ਸਿੱਖ ਮਿਸ਼ਨਰੀ ਕਾਲਜ ਜੈਸੀ ਮਹਾਨ ਸੰਸਥਾ ਅੱਜ ਸਮੁੱਚੇ ਵਿਸ਼ਵ ਵਿੱਚ ਪ੍ਰਸਿੱਧ ਹੈ। ਅਜਿਹੀ ਮਹਾਨ ਸ਼ਖਸੀਅਤ 74 ਕੋ ਵਰਿਆਂ ਦੀ ਉਮਰ ਵਿੱਚ ਹੀ 7 ਮਈ 2021 ਨੂੰ ਸ਼ੁੱਕਰਵਾਰ ਦਿਨ ਦੇ 2 ਵਜੇ ਨਾਲ ਆਪਣੇ ਹਜ਼ਾਰਾਂ ਪ੍ਰੇਮੀਆਂ ਨੂੰ ਸਦੀਵੀ ਵਿਛੋੜਾ ਦੇਗੀ। ਆਓ ਅੱਜ ਐਸੀ ਮਹਾਨ ਸ਼ਖਸੀਅਤ ਦੇ ਜੀਵਨ ਦੀ ਕੁਝ ਰਮਜ਼ਾਂ ਤੇ ਮਿਲ ਕੇ ਵਿਚਾਰ ਕਰੀਏ ਜੀ। ਪ੍ਰਿੰਸੀਪਲ ਹਰਭਜਨ ਸਿੰਘ ਜੀ ਦਾ ਜਨਮ 22 ਅਪ੍ਰੈਲ ਸਨ 1947 ਨੂੰ ਉਕਾੜਾ, ਜ਼ਿਲ੍ਹਾ ਮਿੰਟਗੁਮਰੀ, ਪਾਕਿਸਤਾਨ ਵਿਖੇ ਭਾਈ ਪਿਆਰਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ ਸੀ। ਭਾਈ ਪਿਆਰਾ ਸਿੰਘ ਜੀ ਭਗਤੀ ਭਾਵਨਾ ਵਾਲੇ ਗੁਰੂ ਚਰਨਾਂ ਨਾਲ ਜੁੜੇ ਹੋਏ ਵਿਅਕਤੀ ਸਨ। ਉਹਨਾਂ ਦੀ ਧਾਰਮਿਕ ਅਤੇ ਅਧਿਆਤਮਿਕ ਸ਼ਖਸੀਅਤ ਦਾ ਪ੍ਰਭਾਵ ਬਾਲਕ ਹਰਭਜਨ ਸਿੰਘ ਦੇ ਮਨ ਤੇ ਸਹਿਜੇ ਹੀ ਪੈ ਗਿਆ। 1947 ਵਿੱਚ ਹੀ ਦੇਸ਼ ਦੀ ਵੰਡ ਹੋ ਗਈ। ਅਜੇ ਆਪ 2-3 ਮਹੀਨੇ ਦੇ ਹੀ ਸਨ ਕਿ ਗੜਬੜੀ ਦੇ ਹਾਲਾਤ ਵਿੱਚ ਆਪ ਦੇ ਮਾਤਾ ਪਿਤਾ ਲੁਧਿਆਣੇ ਵਿੱਚ ਆ ਗਏ। ਵਿਗੜੇ ਹਾਲਾਤਾਂ ਨੇ ਪਰਿਵਾਰ ਨੂੰ ਅਰਸ਼ੋਂ ਫਰਸ਼ ਤੇ ਲਿਆਂਦਾ। ਅੱਤ ਦੀ ਗਰੀਬੀ ਕਾਰਨ ਆਪ ਨੂੰ ਸਕੂਲੀ ਪੜ੍ਹਾਈ ਦੇ ਦਿਨਾਂ ਵਿੱਚ ਡਬਲ ਰੋਟੀਆਂ ਵੇਚਣ ਦਾ ਕੰਮ ਕਰਨਾ ਪਿਆ। ਇਸ ਗੱਲ ਦਾ ਪਤਾ ਲੱਗਣ ਤੇ ਆਪ ਦੇ ਅਧਿਆਪਕ ਨੇ ਆਪ ਨੂੰ 3 ਟਿਊਸ਼ਨਾਂ ਦੇ ਦਿੱਤੀਆਂ। ਪ੍ਰਿੰਸੀਪਲ ਸਾਹਿਬ ਇੰਨੀ ਤੀਖਣ ਬੁੱਧੀ ਵਾਲੇ ਸਨ ਕਿ 7ਵੀਂ ਵਿੱਚ ਪੜ੍ਹਦਿਆਂ ਵੀ 8ਵੀਂ ਦੇ ਵਿਦਿਆਰਥੀਆਂ ਨੂੰ ਸਾਇੰਸ ਤੇ ਅੰਗਰੇਜ਼ੀ ਦੀ ਪੜ੍ਹਾਈ ਕਰਵਾਉਂਦੇ ਸਨ। ਇਸ ਤੋਂ ਪਹਿਲਾਂ 10 ਸਾਲ ਦੀ ਉਮਰ ਵਿੱਚ ਹੀ ਆਪ ਨੇ ਅੰਮ੍ਰਿਤਪਾਨ ਕਰ ਲਿਆ ਸੀ। ਸਨ 1961 ਵਿੱਚ ਕਰਨਾਲ ਵਿਖੇ ਪੰਜਾਬੀ ਸੂਬੇ ਮੋਰਚੇ ਦੌਰਾਨ ਪੁਲਿਸ ਨੇ ਕਾਕਾ ਇੰਦਰਜੀਤ ਸਿੰਘ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ ਤੇ ਉਸ ਦੀ ਮੌਤ ਹੋ ਗਈ। ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਹੋਏ। ਸਰਦਾਰ ਹਰਭਜਨ ਸਿੰਘ ਆਪਣੇ ਪਿਤਾ ਜੀ ਨਾਲ ਲੁਧਿਆਣੇ ਦੇ ਵਿੱਚ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਅਤੇ 2 ਮਹੀਨੇ ਲਈ ਜੇਲ੍ਹ ਵਿੱਚ ਵੀ ਰਹੇ। 10ਵੀਂ ਦੀ ਪੜ੍ਹਾਈ ਆਪ ਨੇ 1963 ਦੇ ਵਿੱਚ ਖਾਲਸਾ ਨੈਸ਼ਨਲ ਹਾਇਰ ਸੈਕੰਡਰੀ ਸਕੂਲ ਤੋਂ ਕੀਤੀ। ਪ੍ਰੀ ਇੰਜੀਨੀਅਰਿੰਗ ਗੌਰਮੈਂਟ ਕਾਲਜ ਤੋਂ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ 1969 ਵਿੱਚ ਮੈਕੈਨੀਕਲ ਇੰਜੀਨੀਅਰਿੰਗ ਵਿੱਚ BSc ਕੀਤੀ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਆਪ ਹਾਕੀ ਦੇ ਵੀ ਪਲੇਅਰ ਰਹੇ ਹਨ। ਪੜ੍ਹਾਈ ਦੇ ਨਾਲ ਨਾਲ ਗੁਰਮਤਿ ਦਾ ਗਿਆਨ ਵੀ ਪ੍ਰਾਪਤ ਕਰਦੇ ਰਹੇ। ਸਨ 1960, 62 ਅਤੇ 64 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਦੀ ਪਹਿਲੀ, ਦੂਜੇ ਅਤੇ ਤੀਜੇ ਦਰਜੇ ਦੀ ਪ੍ਰੀਖਿਆ ਪੰਜਾਬ ਵਿੱਚੋਂ ਪਹਿਲੀ, ਦੂਜੀ ਪੋਜੀਸ਼ਨ ਵਿੱਚ ਪਾਸ ਕੀਤੀ। ਜਿੱਥੋਂ ਤੱਕ ਧਾਰਮਿਕ ਸਰਗਰਮੀਆਂ ਦਾ ਸੰਬੰਧ ਹੈ, ਸਨ 1968-69 ਵਿੱਚ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਲ ਜੁੜੇ ਰਹੇ। 1969 ਵਿੱਚ ਗੁਰਮਤਿ ਸਿਖਲਾਈ ਕੇਂਦਰ ਆਰੰਭ ਕੀਤਾ, ਜਿਸ ਦੁਆਰਾ ਬੱਚਿਆਂ ਨੂੰ ਗੁਰਬਾਣੀ ਦੇ ਸ਼ੁੱਧ ਪਾਠ ਅਤੇ ਕੀਰਤਨ ਦੀ ਸਿਖਲਾਈ ਦਿੱਤੀ। ਪਿੰਡਾਂ ਵਿੱਚ ਵੀ ਧਾਰਮਿਕ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਸ਼ਾਮਲ ਕਰਦੇ ਰਹੇ ਸਨ। 1970 ਵਿੱਚ ਗੁਰਮਤਿ ਪ੍ਰਚਾਰ ਸੁਸਾਇਟੀ ਨਾਲ ਜੁੜੇ
ਅਤੇ ਗੁਰਮਤਿ ਸੇਧਾ ਨਾਮ ਦੇ ਪਰਚੇ ਦੀ ਸੰਪਾਦਨਾ ਕਰਦੇ ਰਹੇ। ਇਹਨਾਂ ਦਿਨਾਂ ਵਿੱਚ ਹੀ ਆਪ ਜੀ ਪੰਥ ਦੀ ਸਿਰਮੌਰ ਸ਼ਖਸੀਅਤਾਂ, ਜਿਨ੍ਹਾਂ ਵਿੱਚੋਂ ਸਰਦਾਰ ਮਹਿੰਦਰ ਸਿੰਘ ਜੀ ਜੋਸ਼, ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਤੇ ਸਰਦਾਰ ਸੁਰਜੀਤ ਸਿੰਘ ਜੈਸੀ ਸ਼ਖਸੀਅਤਾਂ, ਜਿਨ੍ਹਾਂ ਨੇ ਆਪਣੀ ਲਿਖਤਾਂ ਅਤੇ ਮਹਾਨ ਕਾਰਜਾਂ ਕਰਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਵਧਾਇਆ, ਉਹਨਾਂ ਦੇ ਸੰਪਰਕ ਵਿੱਚ ਆ ਗਏ ਅਤੇ ਗੁਰਮਤਿ ਦੇ ਅਨੋਖੇ ਮਿਸ਼ਨ ਨੂੰ ਸਮੁੱਚੇ ਵਿਸ਼ੇ ਵਿੱਚ ਮਿਸ਼ਨਰੀ ਲਹਿਰ ਬਣਾ ਕੇ ਉਭਾਰਿਆ। ਸਨ 1975-76 ਵਿੱਚ ਗੁਰਮਤਿ ਮਿਸ਼ਨਰੀ ਕਾਲਜ ਦਿੱਲੀ ਦੇ ਮੈਂਬਰ ਬਣ ਕੇ ਪ੍ਰਚਾਰ ਕਰਨ ਲੱਗ ਪਏ। ਕੁਝ ਹੀ ਸਮੇਂ ਵਿੱਚ ਆਪ ਜੀ ਨੂੰ ਸਮੁੱਚੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਇਲਾਕੇ ਦਾ ਇੰਚਾਰਜ ਬਣਾ ਦਿੱਤਾ ਗਿਆ। ਪ੍ਰਿੰਸੀਪਲ ਸਾਹਿਬ ਜੀ ਨੇ 1969 ਵਿੱਚ ਹੀ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਸਰਵਿਸ ਆਰੰਭ ਕਰ ਦਿੱਤੀ ਸੀ। ਉਹਨਾਂ ਨੂੰ ਪ੍ਰਮੋਸ਼ਨ ਦੇ ਕੇ ਟੈਕਨੀਕਲ ਅਫਸਰ ਬਣਾ ਕੇ ਅੰਮ੍ਰਿਤਸਰ ਭੇਜ ਦਿੱਤਾ ਗਿਆ। ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਆਪ ਨੇ ਲੁਧਿਆਣੇ ਤੋਂ ਹੀ ਜਾਰੀ ਰੱਖੀਆਂ, ਇਸ ਲਈ ਰੋਜ਼ ਹੀ ਅੰਮ੍ਰਿਤਸਰ ਜਾਂਦੇ ਰਹੇ ਤੇ ਸੰਸਥਾ ਵੱਲੋਂ 5 ਭਾਗਾਂ ਵਿੱਚ ਛਾਪੀ ਗਈ ਪੁਸਤਕ ਸਿੱਖ ਧਰਮ ਫਿਲਾਸਫੀ ਪ੍ਰਿੰਸੀਪਲ ਸਾਹਿਬ ਜੀ ਨੇ ਇਹਨਾਂ ਦਿਨਾਂ ਵਿੱਚ ਹੀ ਗੱਡੀ ਵਿੱਚ ਹੀ ਲਿਖ ਲਈ। ਬੈਂਕ ਦੇ ਵਿੱਚ ਚੰਗਾ ਕੰਮ ਕਰਕੇ ਤੇ ਆਪਣੀ ਸ਼ਖਸੀਅਤ ਨੂੰ ਬਰਕਰਾਰ ਰੱਖ ਕੇ ਬੈਂਕ ਵਾਲਿਆਂ ਨੇ ਪ੍ਰਿੰਸੀਪਲ ਸਾਹਿਬ ਨੂੰ ਸ੍ਰੀਨਗਰ ਭੇਜਣ ਦੀ ਤਿਆਰੀ ਕੀਤੀ, ਪਰ ਇਸ ਵਿੱਚ ਸੰਸਥਾ ਦੇ ਕੰਮ ਨੂੰ ਬਹੁਤ ਢਾਹ ਲੱਗਣੀ ਸੀ। ਆਪ ਨੇ ਆਪਣੇ ਭਵਿੱਖ ਅਤੇ ਆਰਥਿਕ ਨੁਕਸਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਰਵੀਸ਼ਰਨ ਲੈ ਲਈ ਅਤੇ ਮੁੜ ਕੇ ਲੁਧਿਆਣੇ ਆ ਗਏ। ਇਸ ਸਮੇਂ ਆਪ ਸੰਗਠਨ ਦੀ ਸਮੁੱਚੀ ਦੇਖਰੇਖ ਤੋਂ ਇਲਾਵਾ ਸਾਹਿਤ ਰਚਨਾ, ਛਪਵਾਈ ਅਤੇ ਮਾਸਿਕ ਪੱਤਰ ਸਿੱਖ ਫੁਲਵਾੜੀ ਦੀ ਸੰਪਾਦਨਾ ਵੀ ਕਰਦੇ ਰਹੇ। ਪ੍ਰਚਾਰ ਦੇ ਇਸ ਦਾਇਰੇ ਨੂੰ ਹੋਰ ਵਧਾਉਣ ਕਾਰਨ ਸਨ 1980 ਵਿੱਚ ਲੁਧਿਆਣੇ ਤੋਂ ਸਿੱਖ ਮਿਸ਼ਨਰੀ ਕਾਲਜ ਨਾਮ ਦੀ ਸੰਸਥਾ ਆਰੰਭ ਕੀਤੀ ਗਈ। ਇਸ ਸੰਸਥਾ ਦੇ ਫਾਊਂਡਰ ਮੈਂਬਰਾਂ ਨੇ ਸਰਦਾਰ ਹਰਭਜਨ ਸਿੰਘ ਨੂੰ ਮੁਖੀ ਚੁਣਿਆ। ਸੰਸਥਾ ਦੇ ਮਾਸਿਕ ਪੱਤਰ ਦੇ ਮੁੱਖ ਸੰਪਾਦਕ ਵੀ ਬਣੇ। ਲਿਟਰੇਚਰ ਦੀ ਛਪਾਈ ਦਾ ਭਾਰ ਵੀ ਇਹਨਾਂ ਦੇ ਮੋਢਿਆਂ ਤੇ ਆ ਪਿਆ ਅਤੇ ਸਮੁੱਚੇ ਪੰਜਾਬ ਤੋਂ ਸਿਵਾ ਦਿੱਲੀ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਪ੍ਰਾਂਤਾਂ ਵਿੱਚ ਸੰਸਥਾ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ। ਉਦੋਂ ਤੋਂ ਆਪ ਰੋਜ਼ 14 ਤੋਂ 18 ਘੰਟਿਆਂ ਤੋਂ ਵੱਧ ਸਮਾਂ ਸੰਸਥਾ ਦੇ ਸੰਗਠਨ ਅਤੇ ਪ੍ਰਚਾਰਕ ਸਰਗਰਮੀਆਂ ਵਿੱਚ ਲਾ ਰਹੇ ਸਨ। ਨਵੀਂ ਸੰਸਥਾ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹਨਾਂ ਨੇ ਸਭ ਤੋਂ ਪਹਿਲਾਂ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਸ਼ੁੱਧ ਉਚਾਰਨ ਵਾਲੇ ਗੁਟਕੇ ਤਿਆਰ ਕੀਤੇ, ਜਿਨ੍ਹਾਂ ਦੇ ਲਫ਼ਜ਼ਾਂ ਵਿੱਚ ਉਚਾਰਨ ਅਨੁਸਾਰ ਥਾਂ ਛੱਡੀ ਗਈ ਤੇ ਇਹ ਗੁਟਕੇ ਸੰਗਤਾਂ ਵਿੱਚ ਬਹੁਤ ਪ੍ਰਚਲਿਤ ਹੋਏ। ਧਰਮ ਪ੍ਰਚਾਰ ਵਿੱਚ ਇੰਨੇ ਨਿਪੁੰਨ ਸਨ ਕਿ ਲੁਧਿਆਣੇ ਤੋਂ ਗੱਡੀ ਬੈਠ ਕੇ ਗੰਗਾ ਨਗਰ ਤੱਕ ਕਲਾਸਾਂ ਲਗਾਉਣ ਜਾਣਾ ਤੇ ਸ਼ਾਮ ਦੀ ਕਲਾਸ ਵਿੱਚ ਫਿਰ ਲੁਧਿਆਣੇ ਆ ਕੇ ਲਗਾਉਣੀ ਤੇ ਫਿਰ ਕਾਲਜ ਦੇ ਕੰਮ ਵਿੱਚ ਜੁੜ ਜਾਣਾ। ਆਪਣੀ ਜ਼ਿੰਦਗੀ ਦਾ ਹਰ ਪਲ ਪ੍ਰਚਾਰ ਦੇ ਲੇਖੇ ਲਗਾ ਦਿੱਤਾ। ਪ੍ਰਿੰਸੀਪਲ ਸਾਹਿਬ ਜੀ ਨੇ ਗੁਰਬਾਣੀ ਦੇ ਸਵਈਏ ਤੋਂ ਲੈ ਕੇ ਲਗਾ ਮਾਤਰਾ ਤੇ ਉਚਾਰਨ ਤੱਕ, ਇਤਿਹਾਸ ਦੀਆਂ ਕਥਾਵਾਂ ਤੋਂ ਲੈ ਕੇ ਬਾਰੀਕੀਆਂ ਤੱਕ, ਗੁਰਬਾਣੀ ਦੇ ਸਿਧਾਂਤ ਤੋਂ ਲੈ ਕੇ ਮਰਿਆਦਾ ਤੱਕ, ਕਵਿਤਾ ਕਥਾ ਤੇ ਵਾਰਤਾਲਾਪ ਦੀਆਂ ਬਰੀਕੀਆਂ ਤੱਕ ਸਭ ਕੁਝ ਇਸ ਸੰਸਥਾ ਵਰਗੇ ਇਨਸਾਨ ਦੇ ਪੋਟਿਆਂ ਤੇ ਉਕਰਿਆ ਪਿਆ ਸੀ। ਗੁਰਬਾਣੀ ਦਾ ਇੱਕ ਵੀ ਸ਼ਬਦ ਵੀ ਕਦੀ ਗਲਤ ਨਹੀਂ ਉਚਾਰਨ ਕੀਤਾ। ਇੰਜ ਜਾਪਦਾ ਸੀ ਕਿ ਉਹਨਾਂ ਦਾ ਪਰਿਵਾਰ, ਦੋਸਤ, ਮਿੱਤਰ, ਸਕੇ ਸੰਬੰਧੀ ਸਭ ਕੁਝ ਧਰਮ ਪ੍ਰਚਾਰ ਹੀ ਸੀ ਤੇ ਗੁਰਮਤਿ ਦਾ ਪ੍ਰਚਾਰ ਉਹਨਾਂ ਦੇ ਖੂਨ ਤੋਂ ਲੈ ਕੇ ਹੱਡਾਂ ਤੱਕ ਰਚ ਗਿਆ ਸੀ। ਇੱਕ ਹੀ ਵਿਸ਼ੇ ਤੇ ਲਗਾਤਾਰ 3-4 ਘੰਟੇ ਬੋਲ ਸਕਦੇ ਸਨ ਤੇ ਸਰੋਤੇ ਨੂੰ ਐਸਾ ਲੀਨ ਕਰ ਲੈਂਦੇ ਸਨ ਕਿ ਪਤਾ ਹੀ ਨਹੀਂ ਲੱਗਦਾ ਸੀ ਕਿ ਸਮਾਂ ਕਦੋਂ ਬੀਤ ਗਿਆ। ਉਹਨਾਂ ਦੇ ਬੋਲਾਂ 'ਚੋਂ ਗਿਆਨ ਦੀ ਐਸੀ ਵਰਖਾ ਹੁੰਦੀ ਸੀ ਕਿ ਜਗਿਆਸੂ ਮੰਤਰ ਮੁਗਧ ਹੋ ਕੇ ਉਹਨਾਂ ਨੂੰ ਘੰਟਿਆਂ ਬੱਧੀ ਸੁਣ ਸਕਦੇ ਸਨ। ਸੰਸਥਾ ਦੇ ਧਰਮ ਪ੍ਰਚਾਰ ਦੇ ਵਿੱਚ ਐਸੇ ਹੀ ਕਾਰਜ ਨਿਭਾਉਂਦਿਆਂ ਹੋਇਆਂ ਸਨ 1982 ਦੀ ਵਿਸਾਖੀ ਦੇ ਸਮੇਂ ਆਪ ਅੰਮ੍ਰਿਤਸਰ ਵਿਖੇ ਪਰਿਵਾਰ ਸਮੇਤ ਗਏ। ਉੱਥੇ ਸੰਸਥਾ ਦੀਆਂ ਪੁਸਤਕਾਂ ਦਾ ਸਟਾਲ ਵੱਡੀ ਪੱਧਰ ਤੇ ਲਾਇਆ ਗਿਆ। ਵਾਪਸੀ ਤੇ ਲੁਧਿਆਣੇ ਵਿੱਚ ਸਥਾਨਕ ਬੱਸ ਸਟੈਂਡ ਦੇ ਨੇੜੇ ਇੱਕ ਐਕਸੀਡੈਂਟ ਵਿੱਚ ਇਹਨਾਂ ਦੇ 10 ਸਾਲ ਦੇ ਇਕਲੌਤੇ ਪੁੱਤਰ ਕਾਕਾ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ। ਕਿਹੋ ਜਿਹੀ ਪ੍ਰੀਖਿਆ ਹੋਵੇਗੀ ਇੱਕ ਬਾਪ ਦੀ।
ਇੱਕ ਮੋਢੇ ਤੇ ਲਿਟਰੇਚਰ ਦੀ ਬੋਰੀ ਪਈ ਹੋਵੇ ਤੇ ਦੂਸਰੇ ਪਾਸੇ ਇਕਲੌਤਾ ਪੁੱਤ ਗੱਡੀ ਦੇ ਪਹੀਏ ਹੇਠ ਆ ਕੇ ਕੁਚਲਿਆ ਗਿਆ ਹੋਵੇ। ਬਾਪ ਨੇ ਲਿਟਰੇਚਰ ਦੀ ਬੋਰੀ ਪਰਾਂ ਰੱਖੀ ਤੇ ਪੁੱਤ ਦੀ ਕੁਚਲੀ ਹੋਈ ਲਾਸ਼ ਕੋਲ ਸੜਕ ਤੇ ਬਹਿ ਕੇ ਸੁਖਮਨੀ ਦਾ ਜਾਪ ਕਰਨ ਲੱਗ ਪਏ। ਇਹ ਕੋਈ ਹੋਰ ਨਹੀਂ, ਸਰਦਾਰ ਹਰਭਜਨ ਸਿੰਘ ਹੀ ਕਰ ਸਕਦੇ ਸਨ। ਧਰਮ ਪ੍ਰਚਾਰ ਦੇ ਇਹਨਾਂ ਕਾਰਜਾਂ ਨੂੰ ਵਧੀਕੇ ਨਾਲ ਸਿਰੇ ਚਾੜਨ ਲਈ ਪ੍ਰਿੰਸੀਪਲ ਸਾਹਿਬ ਨੇ ਸਿੱਖ ਮਿਸ਼ਨਰੀ ਕਾਲਜ ਦੇ ਬੈਨਰ ਥੱਲੇ ਅਨੇਕਾਂ ਕਾਰਜ ਆਰੰਭ ਕੀਤੇ, ਜੋ ਅੱਜ ਵੀ ਹਰ ਕਿਸੇ ਵਿਅਕਤੀ ਨੂੰ ਧਰਮ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦੇ ਹਨ। ਪ੍ਰਿੰਸੀਪਲ ਸਾਹਿਬ ਨੇ ਸਮੂਹ ਭਾਰਤ ਵਰਸ਼ ਵਿੱਚ ਅਲੱਗ-ਅਲੱਗ ਸਰਕਲ ਜ਼ੋਨਾਂ ਦਾ ਨਿਰਮਾਣ ਕੀਤਾ। ਅਲੱਗ-ਅਲੱਗ ਪ੍ਰੋਜੈਕਟ, ਜਿਸ ਵਿੱਚ ਸਿੱਖ ਫੁਲਵਾੜੀ, 2 ਸਾਲਾ ਮਿਸ਼ਨਰੀ ਪੱਤਰ ਵਿਹਾਰ ਕੋਰਸ, ਧਾਰਮਿਕ ਮੁਕਾਬਲੇ, ਧਾਰਮਿਕ ਪ੍ਰੀਖਿਆਵਾਂ ਆਦਿ ਪ੍ਰਕਾਰ ਦੇ ਹੋਰ ਐਸੇ ਕਾਰਜ ਕੀਤੇ ਜਿਨ੍ਹਾਂ ਨਾਲ ਹਰ ਕੋਈ ਬੰਦਾ ਇਸ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਜੁੜਦਾ ਗਿਆ। ਉਹਨਾਂ ਦੇ ਸਾਖ ਸੰਬੰਧੀ ਦੱਸਦੇ ਹਨ ਕਿ ਗੁਰਬਾਣੀ ਕੀਰਤਨ ਦੇ ਮੁਕਾਬਲਿਆਂ 'ਚ ਸਰਕਲ, ਕਾਲਜਾਂ ਤੇ ਪ੍ਰਚਾਰ ਕੇਂਦਰਾਂ ਨੂੰ ਉਹ ਆਪ ਸ਼ਬਦ ਭੇਜਦੇ ਸਨ ਤੇ ਉਹ ਐਸੇ ਸ਼ਬਦ ਭੇਜਦੇ ਸਨ ਜਿਨ੍ਹਾਂ ਦਾ ਕੀਰਤਨ ਕਦੇ ਵੀ ਕਿਸੇ ਰਾਗੀ ਜਥੇ ਨੇ ਨਹੀਂ ਕੀਤਾ ਹੋਵੇ ਜਾਂ ਬਹੁਤ ਘੱਟ ਕੀਤਾ ਹੈ। ਪੁੱਛਣ ਤੇ ਕਹਿੰਦੇ ਸਨ ਕਿ ਗੁਰਬਾਣੀ ਸੰਗੀਤ ਦਾ ਬਹੁਤ ਵੱਡਾ ਖਜ਼ਾਨਾ ਅਣਗੋਲਿਆ ਪਿਆ ਹੈ। ਕਥਾ ਲਈ ਸ਼ਬਦ ਦੇਣ ਲੱਗਿਆ ਵੀ ਇਹੀ ਤਰੀਕਾ ਅਪਣਾਉਂਦੇ ਸਨ। ਜ਼ਿੰਦਗੀ ਦੇ ਵਿੱਚ ਆਪ ਨੇ ਕੁਝ ਅਸਾਧਾਰਨ ਪਰਿਵਾਰਕ ਮੁਸ਼ਕਲਾਂ ਵਿੱਚ ਵੀ ਰਹੇ। ਜ਼ਿਆਦਾ ਕੰਮ ਦਾ ਸਿਹਤ ਤੇ ਵੀ ਮਾੜਾ ਅਸਰ ਪਿਆ। 2 ਵਾਰ ਦਿਲ ਦਾ ਆਪਰੇਸ਼ਨ ਵੀ ਹੋਇਆ ਸੀ। ਜ਼ਿਆਦਾ ਦੌੜ ਭੱਜ ਕਾਰਨ 3-4 ਵਾਰ ਐਕਸੀਡੈਂਟ ਵੀ ਹੋਇਆ ਸੀ ਤੇ 2-4 ਵਾਰ ਲੱਤ ਫ੍ਰੈਕਚਰ ਵੀ ਹੋ ਗਈ। ਪਰ ਸਭ ਕੁਝ ਦੇ ਬਾਵਜੂਦ ਪ੍ਰਿੰਸੀਪਲ ਸਾਹਿਬ ਨੇ ਇਹ ਸੇਵਾ ਨਿਰੰਤਰ ਜਾਰੀ ਰੱਖੀ ਤੇ ਇਹਨਾਂ ਸਭ ਮੁਸ਼ਕਲਾਂ ਨੂੰ ਸਹਿਜ ਵਿੱਚ ਰਹਿ ਕੇ ਸਹਾਰ ਲਿਆ ਅਤੇ ਪ੍ਰਚਾਰਕ ਗਤੀਵਿਧੀਆਂ ਵਿੱਚ ਕੋਈ ਟਿੰਨ ਨਾ ਆਉਣ ਦਿੱਤੀ। ਸਨ 2001 ਵਿੱਚ ਬੈਂਕ ਤੋਂ ਅਗਾਊਂ ਸੇਵਾ ਮੁਕਤੀ ਲੈ ਕੇ ਸੰਸਥਾ ਦੇ ਕੰਮਾਂ ਨੂੰ ਹੋਰ ਤੇਜ਼ੀ ਨਾਲ ਕਰਨ ਲੱਗ ਪਏ ਸਨ। ਇਹੋ ਸਮਾਂ ਸੀ ਜਦ ਪ੍ਰਿੰਸੀਪਲ ਸਾਹਿਬ 16 ਤੋਂ 18 ਘੰਟੇ ਸੰਸਥਾ ਦੇ ਕੰਮਾਂ ਦੇ ਵਿੱਚ ਜੁੜ ਜਾਂਦੇ ਸਨ ਅਤੇ ਹਰ ਕਿਸੇ ਨੂੰ ਇਹ ਤਾਕੀਦ ਕਰਦੇ ਸਨ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਤੇਜ਼ੀ ਨਾਲ ਵਧਾਇਆ ਜਾਵੇ। ਉਹਨਾਂ ਦੇ ਵਰਸੋਏ ਹੋਏ ਹਰ ਪ੍ਰਚਾਰਕ ਨੂੰ ਉਹ ਇਹ ਤਾਕੀਦ ਕਰਦੇ ਸਨ ਕਿ ਗੁਰਮਤਿ ਮਰਿਆਦਾ ਦੇ ਖਰੜੇ ਦੇ ਵਿੱਚ ਰਹਿ ਕੇ ਤੇ ਕਿਸੇ ਵੀ ਭਰਮ ਪਖੰਡ ਦੇ ਵਿੱਚ ਨਾ ਜਾ ਕੇ ਗੁਰਬਾਣੀ ਦੇ ਸਿਧਾਂਤ ਨੂੰ ਸਮੁੱਚੇ ਵਿਸ਼ਵ ਵਿੱਚ ਫੈਲਾਉਣਾ ਹੈ। ਇਹੀ ਕਾਰਨ ਸੀ ਕਿ ਪ੍ਰਿੰਸੀਪਲ ਸਾਹਿਬ ਇੱਕ ਐਸੀ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਉੱਤੇ ਅੱਜ ਤੱਕ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਦੋਸ਼ ਨਹੀਂ ਲਗਾ ਸਕਿਆ। ਐਸੀ ਸਾਫ਼ ਸੁਥਰੀ ਸ਼ਖਸੀਅਤ ਹੀ ਸਨ ਪ੍ਰਿੰਸੀਪਲ ਹਰਭਜਨ ਸਿੰਘ ਜੀ, ਤੇ ਜੋ ਕਿ ਹਮੇਸ਼ਾ ਦੁਨੀਆਦਾਰੀ ਦੀ ਭੱਜ ਦੌੜ ਤੇ ਰੋੜਕਾਂ ਤੋਂ ਪਿੱਛੇ ਹੋ ਕੇ ਧਰਮ ਪ੍ਰਚਾਰ ਦਾ ਇੰਨਾ ਵੱਡਾ ਮਹਾਨ ਕਾਰਜ ਕਰਦੇ ਸਨ। ਵੱਖ-ਵੱਖ ਥਾਵਾਂ ਤੇ ਗੁਰਮਤਿ ਕਲਾਸਾਂ ਚਲਾ ਕੇ ਕਈ ਹਜ਼ਾਰਾਂ ਬੱਚਿਆਂ ਨੂੰ ਗੁਰਮਤਿ ਦੀ ਗੁਰਤੀ ਦਿੱਤੀ ਤੇ ਕਈ ਨੌਜਵਾਨਾਂ ਨੂੰ ਇਸ ਲਹਿਰ ਵਿੱਚ ਜੋੜ ਕੇ ਇਸ ਧਰਮ ਪ੍ਰਚਾਰ ਦੀ ਇਸ ਲਹਿਰ ਦੇ ਵਿੱਚ ਆਪਣਾ ਇੱਕ ਅੰਗ ਬਣਾਇਆ। ਨਾ ਸਿਰਫ ਅੰਗ ਬਣਾਇਆ ਬਲਕਿ ਕਈ ਵਾਰ ਉਹਨਾਂ ਨੂੰ ਨਿੱਜੀ ਤੌਰ ਤੇ ਆਪ ਇਸ ਲਹਿਰ ਦੇ ਵਿੱਚ ਪੁੱਛ ਕੇ ਤੇ ਸੰਸਥਾ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਆਪਣੇ ਸਰਕਲਾਂ ਦੀ, ਜ਼ੋਨਾਂ ਦੀ ਹਰ ਸਮੇਂ ਹਰ ਕਿਸੇ ਕੋਲੋਂ ਜਾਣਕਾਰੀ ਰੱਖਦੇ ਸਨ। ਸਰਦਾਰ ਹਰਭਜਨ ਸਿੰਘ ਜੀ ਦੀ ਸਫਲਤਾ ਦਾ ਰਾਜ਼ ਉਹਨਾਂ ਦੀ ਗੁਰਬਾਣੀ ਪ੍ਰਤੀ ਅਰਾਧ ਸ਼ਰਧਾ, ਗੁਰਬਾਣੀ ਦੀ ਡੂੰਘੀ ਸੂਝ, ਗੁਰਮਤਿ ਵਿਚਾਰਧਾਰਾ ਦੀ ਸਪਸ਼ਟਤਾ, ਸਿੱਖ ਧਰਮ ਦੀ ਸਿਰਮੌਰ ਹੋਣ ਦਾ ਵਿਸ਼ਵਾਸ, ਹੋਰਨਾਂ ਧਰਮਾਂ ਦੀ ਜਾਣਕਾਰੀ, ਇਤਿਹਾਸ ਮਿਥਿਹਾਸ ਨੂੰ ਨਿਖੇੜਨ ਵਾਲੀ ਵਿਵੇਕ ਬੁੱਧੀ, ਮਨਮਤਾਂ ਦਾ ਜ਼ੋਰਦਾਰ ਖੰਡਨ ਕਰਨ ਅਤੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਣ ਦੀ ਨਿਪੁੰਨਤਾ ਸੀ। ਹਿੰਮਤ, ਮਿਹਨਤ, ਜੋਧੀਆਂ ਵਰਗੀ ਦਲੇਰੀ, ਤੇਜ਼ ਤਰਾਰ ਪਹੁੰਚ ਉਹਨਾਂ ਦੀ ਸ਼ਖਸੀਅਤ ਦੀ ਮੀਰੀ ਗੁਣ ਸਨ। ਉਹਨਾਂ ਦਾ ਜੀਵਨ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਕਿਵੇਂ ਇੱਕ ਮਨੁੱਖ ਸੰਪੂਰਨ ਸੰਸਥਾ ਦਾ ਰੂਪ ਧਾਰਨ ਕਰ ਸਕਦਾ ਹੈ। ਐਸੇ ਰਹਿਣੀ ਬਹਿਣੀ ਦੇ ਗੁਰਸਿੱਖ ਅਤੇ ਮਹਾਨ ਵਿਦਵਾਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਜੈਸੀ ਸ਼ਖਸੀਅਤ ਜਿਨ੍ਹਾਂ ਦੇ ਧਰਮ ਪ੍ਰਚਾਰ ਪ੍ਰਤੀ ਦ੍ਰਿੜਤਾ ਅੱਜ ਸਮੁੱਚੇ ਸਿੱਖ ਕੌਮ ਲਈ ਇੱਕ ਪ੍ਰੇਰਨਾ ਦੀ ਸਰੋਤ ਹੈ। ਆਓ ਉਹਨਾਂ ਵੱਲੋਂ ਆਰੰਭੇ ਹੋਏ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਅੱਗੇ ਤੋਰੀਏ ਅਤੇ ਸਮੁੱਚੇ ਵਿਸ਼ੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ। ਭਾਵੇਂ ਪ੍ਰਿੰਸੀਪਲ ਹਰਭਜਨ ਸਿੰਘ ਜੀ ਸਾਡੇ ਨਾਲ ਸਰੀਰਕ ਰੂਪ ਤੇ ਮੌਜੂਦ ਨਹੀਂ ਹਨ, ਪਰ ਇਹ ਫਰਜ਼ ਸਮੂਹ ਮਿਸ਼ਨਰੀ ਵੀਰਾਂ ਭੈਣਾਂ ਦਾ ਹੈ ਕਿ ਉਹ ਸਿੱਖ ਧਰਮ ਦੇ ਇਸ ਮਹਾਨ ਕਾਰਜ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਤੇ
ਹਰ ਕਿਸੇ ਰੁਕਾਵਟਾਂ ਦਾ ਮੁਕਾਬਲਾ ਜੀ ਜਾਨ ਲਾ ਕੇ ਕਰਨ ਅਤੇ ਸਿੱਖੀ ਦੇ ਪਰਚਮ ਨੂੰ ਹੋਰ ਬੁਲੰਦੀ ਤੱਕ ਲੈ ਲਾਉਣ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।